ਸਟੂਡੈਂਟਸ ਨਮਸਕਾਰ। ਨਿਊ ਟੌਪਿਕ ਕਰਾਂਗੇ ਗੁੱਡਸ। ਗੁੱਡਸ ਕੀ ਹੁੰਦੀਆਂ ਹਨ ਇਹਦੇ ਬਾਰੇ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ। ਗੁੱਡਸ ਇਨਕਲੂਡ all these things which are purchased for resale or which are used for producing the finished products which are also mean to be sold। ਸਟੂਡੈਂਟਸ ਬੜੇ ਧਿਆਨ ਨਾਲ ਸਮਝਣਾ ਹੈ। ਸ਼ੁਰੂ ਕਰਦੇ ਹਾਂ ਕਿ ਮੰਨ ਲਓ ਇੱਕ ਕੱਪੜੇ ਦਾ ਵਪਾਰੀ ਹੈ। ਜਦੋਂ ਉਹ ਕੱਪੜਾ ਖਰੀਦਦਾ ਹੈ ਤਾਂ ਕੱਪੜਾ ਉਹਦੇ ਵਾਸਤੇ ਆਉਂਦੀਆਂ ਗੁੱਡਸ ਨੇ। ਕਰਿਆਨੇ ਵਾਲੇ ਵਾਸਤੇ ਕਰਿਆਨੇ ਦਾ ਸਮਾਨ ਗੁੱਡਸ ਹੈ, ਮੁਨਿਆਰੀ ਵਾਲੇ ਵਾਸਤੇ ਮੁਨਿਆਰੀ ਦਾ ਸਮਾਨ ਗੁੱਡਸ ਹੈ। ਯਾਨੀ ਕਿ ਜਿੰਦਾ ਜਿਸ ਚੀਜ਼ ਵਿੱਚ ਵਪਾਰ ਹੈ, ਜਿਸ ਚੀਜ਼ ਵਿੱਚ ਉਹ ਡੀਲ ਕਰ ਰਿਹਾ ਹੈ, ਉਹਦੇ ਵਾਸਤੇ ਉਹ ਖਰੀਦਿਆ ਗਿਆ ਸਮਾਨ ਹੀ ਆਉਂਦੀਆਂ ਗੁੱਡਸ ਹਨ। ਹੁਣ ਗੁੱਡਸ ਰੀਸੇਲ ਕਰਨ ਵਾਸਤੇ ਵੀ ਹੋ ਸਕਦੀਆਂ ਨੇ ਅਤੇ ਗੁੱਡਸ ਅੱਗੇ ਫਿਨਿਸ਼ਡ ਪ੍ਰੋਡਕਟ ਬਣਾਉਣ ਵਾਸਤੇ ਵੀ ਹੋ ਸਕਦੀਆਂ ਹਨ। ਮੰਨ ਲਓ ਕਿਸੇ ਨੇ ਸ਼ੈਲਰ ਪਲਾਂਟ ਲਾਇਆ ਹੋਇਆ ਹੈ ਅਤੇ ਉਹ ਪੈਡੀ ਪਰਚੇਜ਼ ਕਰਦਾ ਹੈ, ਝੋਨਾ ਪਰਚੇਜ਼ ਕਰਦਾ ਹੈ ਅਤੇ ਝੋਨਾ ਉਹਦੇ ਵਾਸਤੇ ਰॉ ਮਟੀਰੀਅਲ ਹੈ ਔਰ ਉਹ ਝੋਨੇ ਦੇ ਵਿੱਚੋਂ ਫਿਨਿਸ਼ਡ ਪ੍ਰੋਡਕਟ ਕੀ ਨਿਕਾਲੇਗਾ, ਰਾਈਸ ਚਾਵਲ। ਤਾਂ ਉਹਦੇ ਵਾਸਤੇ ਜੋ ਖਰੀਦਿਆ ਗਿਆ ਝੋਨਾ ਹੈ ਉਹ ਗੁੱਡਸ ਨੇ। ਹੁਣ ਜੇ ਕੱਪੜੇ ਦਾ ਵਪਾਰੀ ਹੈ ਅਤੇ ਉਹ ਕੱਪੜਾ ਖਰੀਦਦਾ ਹੈ ਰੀਸੇਲ ਕਰਨ ਵਾਸਤੇ ਅਤੇ ਉਹ ਕੱਪੜਾ ਵੀ ਉਹਦੇ ਵਾਸਤੇ ਗੁੱਡਸ ਹਨ। Thus for a furniture dealer, purchase of table and chairs in terms as goods, while for other it is furniture as an asset। ਹੁਣ ਸਾਨੂੰ ਐਗਜ਼ਾਮਪਲ ਬੜੀ ਵਧੀਆ ਕੋਡ ਕੀਤੀ ਜਾ ਰਹੀ ਹੈ ਕਿ ਜਿਹੜਾ ਫਰਨੀਚਰ 'ਚ ਵਪਾਰ ਕਰਨ ਵਾਲਾ ਡੀਲਰ ਹੈ, ਜੇ ਤਾਂ ਉਹ ਟੇਬਲ ਅਤੇ ਚੇਅਰ ਖਰੀਦ ਕੇ ਵੇਚਦਾ ਹੈ ਤਾਂ ਉਹਦੇ ਵਾਸਤੇ ਉਹਦੀਆਂ ਗੁੱਡਸ ਨੇ। ਬਟ ਬਾਕੀਆਂ ਵਾਸਤੇ ਜੇਕਰ ਇੱਕ ਬਜਾਜੀ ਵਾਲਾ, ਇੱਕ ਕੱਪੜੇ ਵਾਲਾ ਫਰਨੀਚਰ ਖਰੀਦ ਰਿਹਾ ਹੈ ਤਾਂ ਉਹ ਉਹਦੇ ਵਾਸਤੇ ਐਸਡ ਹੈ। ਅਤੇ ਜੇ ਫਰਨੀਚਰ ਵਾਲਾ ਕੱਪੜਾ ਖਰੀਦੇਗਾ ਤਾਂ ਕੱਪੜਾ ਉਹਦੇ ਵਾਸਤੇ ਐਸਡ ਹੋ ਸਕਦਾ, ਉਹਦੀਆਂ ਗੁੱਡਸ ਨਹੀਂ ਹੋ ਸਕਦੀਆਂ। ਆਈ ਮੀਨ ਟੂ ਸੇ ਜਿਸ ਪਰਸਨ ਦਾ, ਜਿਸ ਬੰਦੇ ਦਾ ਜੋ ਵਪਾਰ ਹੈ ਉਹਦੇ ਵਿੱਚ ਡੀਲ ਕਰ ਰਿਹਾ ਹੈ ਉਹ ਉਹਦੇ ਵਾਸਤੇ ਗੁੱਡਸ ਨੇ। ਬਾਕੀ ਜੇ ਕੋਈ ਹੋਰ ਸਮਾਨ ਖਰੀਦਦਾ ਤਾਂ ਉਹ ਉਹਦੇ ਵਾਸਤੇ ਐਸਟਸ ਹਨ। ਇਹ ਤਾਂ ਸੀ ਸਾਡੇ ਕੋਲ ਰਿਗਾਰਡਿੰਗ ਗੁੱਡਸ। ਇਸ ਤੋਂ ਬਾਅਦ ਅਸੀਂ ਕਰਾਂਗੇ ਪਰਚੇਜਿਸ ਕੀ ਹੁੰਦੀਆਂ ਨੇ। ਦੀ ਟਰਮਸ ਪਰਚੇਜਿਸ ਇਜ਼ ਯੂਜ਼ਡ ਫਾਰ ਪਰਚੇਜ਼ ਆਫ ਗੁੱਡਸ ਫਾਰ ਰੀਸੇਲ ਔਰ ਫਾਰ producing the finished products which are also to be sold। The term purchases includes both cash and credit purchases of goods। ਪਿਆਰੇ ਵਿਦਿਆਰਥੀਓ, ਜਦੋਂ ਅਸੀਂ ਗੁੱਡਸ ਖਰੀਦ ਲਈਆਂ, ਜਿਹੜੀਆਂ ਗੁੱਡਸ ਖਰੀਦੀਆਂ ਉਹ ਸਾਡਾ ਕੀ ਬਣ ਜਾਏਗਾ, ਪਰਚੇਜਿਸ। ਹੁਣ ਇਹਨਾਂ ਪਰਚੇਜਿਸ ਨੂੰ ਅਸੀਂ ਰੀਸੇਲ ਵੀ ਕਰ ਸਕਦੇ ਹਾਂ ਔਰ ਸਾਡੀਆਂ ਜਿਹੜੀਆਂ ਪਰਚੇਜਿਸ ਨੇ ਉਹ ਰॉ ਮਟੀਰੀਅਲ ਵੀ ਹੋ ਸਕਦਾ ਹੈ, ਅਸੀਂ ਉਹਦੇ ਤੋਂ ਫਿਨਿਸ਼ ਗੁੱਡਸ ਵੀ ਤਿਆਰ ਕਰ ਸਕਦੇ ਹਾਂ। ਯਾਨੀ ਕਿ ਖਰੀਦੀਆਂ ਗਈਆਂ ਗੁੱਡਸ ਸਾਡੀਆਂ ਕੀ ਕਹਾਉਂਦੀਆਂ ਹਨ, ਪਰਚੇਜਿਸ। ਪਰਚੇਜਿਸ ਪਿਆਰੇ ਵਿਦਿਆਰਥੀਓ ਦੋ ਤਰ੍ਹਾਂ ਦੀਆਂ ਹੋ ਸਕਦੀਆਂ ਹਨ। ਇੱਕ ਕੈਸ਼ ਵਿੱਚ ਖਰੀਦੀਆਂ ਪਰਚੇਜਿਸ ਅਤੇ ਇੱਕ ਉਧਾਰ ਵਿੱਚ ਖਰੀਦਿਆ ਸਮਾਨ। ਕੈਸ਼ ਵਿੱਚ ਖਰੀਦਿਆ ਸਮਾਨ ਅਤੇ ਉਧਾਰ ਵਿੱਚ ਖਰੀਦਿਆ ਸਮਾਨ ਜਦੋਂ ਆਪਸ ਵਿੱਚ ਟੋਟਲ ਕਰ ਦਈਏ ਤਾਂ ਉਹ ਸਾਡੇ ਕੋਲ ਕੀ ਬਣ ਜਾਂਦੀਆਂ ਨੇ, ਟੋਟਲ ਪਰਚੇਜਿਸ, ਜਾਂ ਅਸੀਂ ਕਹਿ ਲਈਏ ਕਿ ਉਹ ਪਰਚੇਜਿਸ ਬਣਦੀਆਂ ਨੇ। ਹੁਣ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਸਮਾਨ ਖਰੀਦਿਆ ਹੋਇਆ ਸਮਾਨ ਸਾਨੂੰ ਪਸੰਦ ਨਹੀਂ ਆਇਆ, ਜਾਂ ਫਿਰ ਅਸੀਂ ਜਿਹੜਾ ਸਮਾਨ ਖਰੀਦਣਾ ਚਾਹੁੰਦੇ ਸੀ, ਜਿਹੜਾ ਅਸੀਂ ਦੇਖਿਆ ਸੀ ਉਹ ਵਾਲਾ ਸਾਨੂੰ ਸਪਲਾਇਰ ਨੇ ਸਪਲਾਈ ਨਹੀਂ ਕੀਤਾ, ਤਾਂ ਫਿਰ ਅਸੀਂ ਉਹਦੇ ਵਿੱਚੋਂ ਕੁਝ ਕੁ ਸਮਾਨ ਵਾਪਸ ਕਰ ਦਿੰਦੇ ਹਾਂ, ਰਿਟਰਨ ਕਰ ਦਿੰਦੇ ਹਾਂ, ਤਾਂ ਉਸ ਦਾ ਨਾਮ ਹੁੰਦਾ ਹੈ ਪਰਚੇਜਿਸ ਰਿਟਰਨ। ਪਰਚੇਜਿਸ ਰਿਟਰਨ ਦਾ ਇੱਕ ਹੋਰ ਵੀ ਨਾਮ ਹੈ ਰਿਟਰਨਸ ਆਊਟਵਰਡ। ਯਾਨੀ ਕਿ ਗੁੱਡਸ ਪਰਚੇਜ਼ਡ ਮੇ ਬੀ ਰਿਟਰਨ ਟੂ ਦੀ ਸਪਲਾਇਰ ਫॉर ਐਨੀ ਰੀਜ਼ਨ। ਸਪਲਾਇਰ ਕੌਣ ਹੈ, ਜਿਹਦੇ ਤੋਂ ਅਸੀਂ ਗੁੱਡਸ ਖਰੀਦੀਆਂ ਹਨ। ਸੇ ਦੇ ਆਰ ਡਿਫੈਕਟਿਵ ਔਰ ਨੋਨ ਐਜ਼ ਪਰਚੇਜਿਸ ਰਿਟਰਨ। ਹੋ ਸਕਦਾ ਹੈ ਉਹ ਡਿਫੈਕਟਿਵ ਹੋਣ ਔਰ ਸਾਡੇ ਸਪੈਸੀਮਨ ਦੇ ਅਕੋਰਡਿੰਗ ਜੋ ਉਹਨੇ ਸਾਨੂੰ ਦਿਖਾਇਆ ਹੈ ਉਹਦੇ ਅਕੋਰਡਿੰਗ ਨਹੀਂ ਹੈਗੀਆਂ, ਤਾਂ ਇਸ ਵਾਸਤੇ ਜਿਹੜੀਆਂ ਅਸੀਂ ਇਹ ਗੁੱਡਸ ਵਾਪਸ ਕਰਦੇ ਹਾਂ, ਸੱਚ ਰਿਟਰਨਸ ਆਰ ਆਲਸੋ ਟਰਮਡ ਐਜ਼
ਰਿਟਰਨਸ ਆਊਟਵਰਡਸ ਮੀਨਸ ਬਾਹਰ ਜਾਂਦੀਆਂ ਹੋਈਆਂ, ਯਾਨੀ ਕਿ ਜਿਹੜੀਆਂ ਅਸੀਂ ਖਰੀਦ ਕੇ ਲਿਆਏ ਸੀ ਉਹਨਾਂ ਨੂੰ ਹੁਣ ਵਾਪਸ ਕਰ ਰਹੇ ਹਾਂ, ਅਤੇ ਇਸ ਦਾ ਦੂਸਰਾ ਨਾਮ ਕੀ ਹੈ? ਰਿਟਰਨਸ ਆਊਟਵਰਡ। ਤਾਂ ਇਸ ਤੋਂ ਬਾਅਦ ਨਿਊ ਟੌਪਿਕ ਹੈ ਸੇਲਸ। ਹੁਣ ਸੇਲਸ ਕੀ ਨੇ? ਸੇਲਸ ਮੀਨਸ ਟ੍ਰਾਂਸਫਰ ਆਫ ਓਨਰਸ਼ਿਪ ਆਫ ਗੁਡਸ ਔਰ ਸਰਵਿਸਿਜ਼ ਟੂ ਕਸਟਮਰ ਫॉर ਏ ਪ੍ਰਾਈਸ। ਜਦੋਂ ਅਸੀਂ ਸਪੋਜ਼ ਸਾਡੀ ਇੱਕ ਫੈਕਟਰੀ ਹੈ ਜਾਂ ਸਾਡੀ ਕੋਈ ਸ਼ੌਪ ਹੈ, ਅਸੀਂ ਆਪਦੀ ਸ਼ੌਪ 'ਤੇ ਜਿਹੜੀਆਂ ਗੁਡਸ ਵੇਚ ਰਹੇ ਹਾਂ ਜਾਂ ਕੋਈ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰ ਰਹੇ ਹਾਂ। ਸਰਵਿਸਿਜ਼ ਸਟੂਡੈਂਟਸ ਕੌਣ ਪ੍ਰੋਵਾਈਡ ਕਰਦਾ ਹੈ? ਡਾਕਟਰਸ, CA, ਲਾਇਰਸ, ਟੀਚਰਸ, ਇਹ ਸਾਰੇ ਲੋਕ ਕੀ ਪ੍ਰੋਵਾਈਡ ਕਰਦੇ ਨੇ? ਸਰਵਿਸਿਜ਼ ਟੂ ਕਸਟਮਰ ਫॉर ਏ ਪ੍ਰਾਈਸ। ਉਹਦੇ ਬਦਲੇ ਕੁਝ ਕੀਮਤ ਲੈਂਦੇ ਹਨ, ਕੁਝ ਪੈਸੇ ਲੈਂਦੇ ਹਨ, ਯਾਨੀ ਕਿ ਸਮਾਨ ਵੇਚਣ ਦੇ ਬਦਲੇ ਸਾਨੂੰ ਉਹਦੇ ਬਦਲੇ ਕੁਝ ਪੈਸੇ ਮਿਲੇ ਅਤੇ ਜਿਹੜੀ ਓਨਰਸ਼ਿਪ ਹੈ ਉਹ ਟ੍ਰਾਂਸਫਰ ਹੋ ਗਈ। ਯਾਨੀ ਕਿ ਪਹਿਲਾਂ ਮਲਕੀਅਤ ਸਾਡੀ ਸੀ, ਜਦੋਂ ਅਸੀਂ ਗੁਡਸ ਦੂਸਰੇ ਪਰਸਨ ਨੂੰ ਦੇ ਦਿੱਤੀਆਂ ਤਾਂ ਉਹਦੀ ਮਲਕੀਅਤ ਹੁਣ ਹੋ ਗਈ, ਤਾਂ ਉਹ ਹੋ ਗਿਆ ਟ੍ਰਾਂਸਫਰ ਆਫ ਓਨਰਸ਼ਿਪ। ਤਾਂ ਇਸ ਨੂੰ ਅਸੀਂ ਕੀ ਕਹਿੰਦੇ ਹਾਂ? ਸੇਲਸ। ਉਹਦੇ ਬਦਲੇ ਅਸੀਂ ਕੁਝ ਪ੍ਰਾਈਸ ਚਾਰਜ ਕਰਦੇ ਹਾਂ, ਲੈਂਦੇ ਹਾਂ। ਦੀ ਟਰਮ ਸੇਲਸ ਇਨਕਲੂਡ ਬੋਥ ਕੈਸ਼ ਐਂਡ ਕ੍ਰੈਡਿਟ ਸੇਲ। ਤਾਂ ਸੇਲ ਦੇ ਵਿੱਚ ਕੈਸ਼ ਨਗਦ ਸੇਲ ਵੀ ਆਉਂਦੀਆਂ ਹਨ ਅਤੇ ਉਧਾਰ ਸੇਲ ਨੂੰ ਅਸੀਂ ਪੰਜਾਬੀ ਵਿੱਚ ਵਿਕਰੀ ਕਹਿੰਦੇ ਹਾਂ, ਉਧਾਰ ਵਿਕਰੀ ਵੀ ਆਉਂਦੀ ਹੈ। ਦੀ ਟਰਮ ਸੇਲ ਇਜ਼ ਨੈਵਰ ਯੂਜ਼ਡ ਫਾਰ ਦੀ ਸੇਲ ਆਫ ਐਸਡ। ਬੇਟਾ ਜੀ ਇੱਕ ਗੱਲ ਧਿਆਨ ਰੱਖਣਾ, ਇਟਸ ਵੈਰੀ ਇੰਪੋਰਟੈਂਟ ਪੁਆਇੰਟ, ਕਿ ਜਿਹੜਾ ਬੰਦਾ ਜਿਸ ਬਿਜ਼ਨਸ ਵਿੱਚ ਡੀਲ ਕਰ ਰਿਹਾ ਹੈ ਅਤੇ ਉਸ ਬਿਜ਼ਨਸ ਦੀਆਂ ਗੁਡਸ ਸੇਲ ਕਰ ਰਿਹਾ ਅਤੇ ਅਸੀਂ ਉਹਨੂੰ ਸੇਲ ਕਹਾਂਗੇ। ਮੰਨ ਲਓ ਇੱਕ ਕੱਪੜੇ ਦਾ ਵਪਾਰੀ ਕੱਪੜਾ ਸੇਲ ਕਰ ਰਿਹਾ ਤਾਂ ਉਹਦੇ ਵਾਸਤੇ ਉਹ ਸੇਲ ਨਹੀਂ। ਅਤੇ ਫਾਰ ਐਗਜ਼ਾਮਪਲ ਜੇਕਰ ਉਹ ਕੋਈ ਆਪਦਾ ਪੁਰਾਣਾ ਫਰਨੀਚਰ ਸੇਲ ਕਰ ਦਿੰਦਾ ਹੈ ਤਾਂ ਉਹਦੇ ਵਾਸਤੇ ਉਹ ਸੇਲ ਨਹੀਂ ਹੋਏਗੀ, ਫਰਨੀਚਰ ਉਹਦਾ ਐਸਡ ਹੈ, ਲਿਖਿਆ ਹੈ। ਬਟ ਇਫ ਦੀ ਸੇਮ ਕਲੌਥ ਮਰਚੈਂਟ ਸੈਲਜ਼ ਓਲਡ ਫਰਨੀਚਰ ਇਟ ਵਿਲ ਨਾਟ ਬੀ ਟਰਮਡ ਐਜ਼ ਸੇਲ। ਜੇਕਰ ਇੱਕ ਕੱਪੜੇ ਦਾ ਵਪਾਰੀ ਕੱਪੜੇ ਤੋਂ ਇਲਾਵਾ ਆਦਾ ਕੋਈ ਪੁਰਾਣਾ ਫਰਨੀਚਰ ਵੇਚਣ ਜਾ ਰਿਹਾ ਹੈ ਤਾਂ ਅਸੀਂ ਉਹਨੂੰ ਸੇਲ ਨਹੀਂ ਮੰਨਾਂਗੇ, ਇਹ ਉਸ ਦਾ ਐਸਡ ਹੈ। ਯਾਨੀ ਕਿ ਜਿਹੜਾ ਵਪਾਰੀ ਜਿਸ ਕੰਮ ਦੇ ਵਿੱਚ ਡੀਲ ਕਰ ਰਿਹਾ ਹੈ ਉਹ ਵਾਲਾ ਸਮਾਨ, ਉਹ ਵਾਲੀਆਂ ਗੁਡਸ ਹੀ ਉਹਦੀਆਂ ਸੇਲ ਹਨ। ਜੇਕਰ ਕੋਈ ਐਸਡ ਵੇਚਦਾ ਹੈ ਤਾਂ ਉਸ ਨੂੰ ਸੇਲ ਨਹੀਂ ਮੰਨਿਆ ਜਾ ਸਕਦਾ। ਇਸ ਤੋਂ ਬਾਅਦ ਹੈ ਜੀ ਸੇਲਜ਼ ਰਿਟਰਨ ਔਰ ਰਿਟਰਨਸ ਇਨਵਰਡ। ਜਦੋਂ ਅਸੀਂ ਸਮਾਨ ਵੇਚਿਆ ਹੋਇਆ ਸਮਾਨ ਕਿਸੇ ਕਾਰਨ ਕਰਕੇ ਸਾਡੇ ਕੋਲ ਵਾਪਸ ਆ ਗਿਆ, ਹੋ ਸਕਦਾ ਜਿਹੋ ਜਿਹਾ ਅਸੀਂ ਸਮਾਨ ਉਹਨੂੰ ਦਿਖਾਇਆ ਹੋਵੇ ਉਹੋ ਜਿਹਾ ਨਾ ਪਹੁੰਚਿਆ ਹੋਏ, ਜਾਂ ਫਿਰ ਸਮਾਨ ਦੀ ਕੁਆਲਿਟੀ ਸਹੀ ਨਾ ਹੋਏ, ਤਾਂ ਜਿਸ ਕਸਟਮਰ ਨੂੰ ਅਸੀਂ ਵੇਚਿਆ ਹੈ ਉਹ ਸਾਨੂੰ ਵਾਪਸ ਦੇ ਰਿਹਾ ਹੈ, ਤਾਂ ਉਸ ਸਮਾਨ ਨੂੰ, ਉਸ ਗੁਡਸ ਨੂੰ ਅਸੀਂ ਕੀ ਕਹਾਂਗੇ ਜੀ? ਸੇਲਜ਼ ਰਿਟਰਨ। ਸਮ ਕਸਟਮਰ ਮਾਈਟ ਰਿਟਰਨ ਦੀ ਗੁਡਸ ਟੂ them, these are termed as sales returns or returns inward। ਜਦੋਂ ਵੇਚਿਆ ਹੋਇਆ ਸਮਾਨ ਵਾਪਸ ਆਉਂਦਾ ਹੈ ਤਾਂ ਮਾਈ ਡੀਅਰ ਸਟੂਡੈਂਟਸ ਅਸੀਂ ਉਸ ਨੂੰ ਸੇਲਜ਼ ਰਿਟਰਨ ਜਾਂ ਰਿਟਰਨਸ ਆਊਟਵਰਡ ਦੇ ਨਾਮ ਨਾਲ ਜਾਣਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਨੈਕਸਟ ਟੌਪਿਕ ਹੈ ਡੈਟਰਸ। ਡੀਅਰ ਸਟੂਡੈਂਟਸ ਧਿਆਨ ਨਾਲ ਸੁਣਨਾ, ਡੈਟਰਸ ਹੁਣ ਸਾਰਾ ਸਾਲ ਇਹ ਵਰਡ ਯੂਜ਼ ਕਰਾਂਗੇ। ਇਹ ਕਮਰਸ ਦੇ ਸਟੂਡੈਂਟਸ ਦੇ ਨਾਲ, ਅਕਾਊਂਟੈਂਸੀ ਵਾਲੇ ਸਟੂਡੈਂਟਸ ਦੇ ਨਾਲ ਸਾਰੀ ਉਮਰ ਜੁੜਿਆ ਰਹਿੰਦਾ ਹੈ। ਡੈਟਰਸ ਦੋਜ਼ ਪਰਸਨਸ or firms to whom goods have been sold or services rendered on credit and payment has not been received from them। ਅਸੀਂ ਕੁਝ ਪਰਸਨ ਨੂੰ ਉਧਾਰ ਸਮਾਨ ਵੇਚਿਆ ਜਾਂ ਉਧਾਰ ਸਰਵਿਸਿਜ਼ ਪ੍ਰਦਾਨ ਕੀਤੀਆਂ, ਅਤੇ ਜਦੋਂ ਅਸੀਂ ਉਧਾਰ ਵਿੱਚ ਕੋਈ ਸਮਾਨ ਦਿੰਦੇ ਹਾਂ ਜਾਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਅਤੇ ਉਹਨਾਂ ਤੋਂ ਜਿੰਨੇ ਪੈਸੇ ਲੈਣੇ ਨੇ ਉਹ ਓਨੇ ਰੁਪਏ ਨਾਲ ਸਾਡੇ ਕੀ ਨੇ? ਡੈਟਰਸ ਨੇ, ਸਾਡੀ ਅਸਾਮੀ ਹੈ। ਯਾਨੀ ਕਿ ਅਸੀਂ ਜਿਨ੍ਹਾਂ ਨੂੰ ਉਧਾਰ ਵਿੱਚ ਸਮਾਨ ਵੇਚਿਆ ਹੈ ਆਲ ਆਰ ਆਵਰ ਡੈਟਰਸ। ਫਾਰ ਐਗਜ਼ਾਮਪਲ ਗੁਡਸ ਸੋਲਡ ਫਾਰ ₹50,000 ਟੂ ਮੋਹਨ ਔਨ ਕ੍ਰੈਡਿਟ। ਤਾਂ ਅਸੀਂ ਮੋਹਨ ਨੂੰ ਉਧਾਰ ਵਿੱਚ 50,000 ਰੁਪਏ ਦੀਆਂ ਵਸਤੂਆਂ ਵੇਚੀਆਂ। ਹੀ ਵਿਲ ਕੰਟੀਨਿਊ ਟੂ ਰਿਮੇਨ ਦੀ ਡੈਟਰ ਆਫ ਦੀ ਬਿਜ਼ਨਸ ਸੋ ਲੌਂਗ ਐਜ਼ ਹੀ ਡਜ਼ਨਟ ਮੇਕ ਦੀ ਫੁੱਲ ਪੇਮੈਂਟ। ਜਦੋਂ ਤੱਕ ਉਹ ਸਾਨੂੰ ਸਾਰੇ ਪੈਸੇ ਨਹੀਂ ਦਿੰਦਾ ਉਦੋਂ ਤੱਕ ਮੋਹਨ ਸਾਡਾ ਡੈਟਰ ਬਣ ਕੇ ਰਹੇਗਾ। सीधी सी बात
ਕਿ ਜਿਨ੍ਹਾਂ ਨੂੰ ਅਸੀਂ ਉਧਾਰ ਸਮਾਨ ਵੇਚਿਆ ਅਤੇ ਉਹਨਾਂ ਕੋਲ ਅਸੀਂ ਪੈਸੇ ਲੈਣੇ ਨੇ, ਉਹ ਸਾਡੇ ਉਨੇ ਰੁਪਏ ਨਾਲ ਡੈਟਰਸ ਹਨ। ਤਾਂ ਇਸ ਤੋਂ ਬਾਅਦ ਹੈ ਸਟੂਡੈਂਟਸ ਕ੍ਰੈਡੀਟਰਸ, ਦੋਜ਼ ਪਰਸਨਸ ਔਰ ਫਰਮਸ from whom goods have been purchased or services taken on credit and payment has not been made to them। ਹੁਣ ਅਸੀਂ ਉਧਾਰ ਵਸਤੂਆਂ, ਉਧਾਰ ਸਮਾਨ ਜਾਂ ਅਸੀਂ ਕੋਈ ਸੇਵਾਵਾਂ ਉਧਾਰ ਵਿੱਚ ਲਿੱਤੀਆਂ ਹਨ ਕਿਸੇ ਪਰਸਨ ਤੋਂ ਔਰ ਉਹਦੇ ਵੱਲ ਪੇਮੈਂਟ ਡਿਊ ਹੈ, ਅਸੀਂ ਉਸ ਦੇ ਪੈਸੇ ਦੇਣੇ ਹਨ, ਤਾਂ ਉਹਨਾਂ ਨੂੰ ਕੀ ਕਹਿੰਦੇ ਆ? ਕ੍ਰੈਡੀਟਰਸ। ਉਹ ਵਾਲੇ ਪਰਸਨ ਸਾਡੇ ਕੀ ਹੋਣਗੇ? ਕ੍ਰੈਡੀਟਰਸ। ਸੌਖੀ ਭਾਸ਼ਾ ਵਿੱਚ ਕਹਿ ਲਈਏ ਕਿ ਜਿਨ੍ਹਾਂ ਦੇ ਅਸੀਂ ਪੈਸੇ ਦੇਣੇ ਹਨ ਉਹ ਸਾਡੇ ਕੀ ਹਨ? ਕ੍ਰੈਡੀਟਰਸ ਹਨ। ਫਾਰ ਐਗਜ਼ਾਮਪਲ, ਇਫ ਗੁਡਸ ਪਰਚੇਜ਼ ਫਰੋਮ ਅਜੇ ਫॉर ₹40,000 ਔਨ ਕ੍ਰੈਡਿਟ, ਅਸੀਂ ਅਜੇ ਤੋਂ 40,000 ਰੁਪਏ ਦੀਆਂ ਗੁਡਸ ਉਧਾਰ ਖਰੀਦੀਆਂ। ਹੀ ਵਿਲ ਕੰਟੀਨਿਊ ਟੂ ਰਿਮੇਨ ਦੀ ਕ੍ਰੈਡੀਟਰ ਆਫ ਦੀ ਫਾਰਮ, ਉਹ ਸਾਡੀ ਫਾਰਮ ਦਾ ਕੀ ਰਹੇਗਾ? ਕ੍ਰੈਡੀਟਰ ਰਹੇਗਾ। ਸੋ ਲੌਂਗ ਐਜ਼ ਦੀ ਫੁੱਲ ਪੇਮੈਂਟ ਇਜ਼ ਨਾਟ ਮੇਡ ਟੂ ਹਿਮ, ਜਦੋਂ ਤੱਕ ਅਸੀਂ ਉਹਨੂੰ ਸਾਰਾ ਭੁਗਤਾਨ ਨਹੀਂ ਕਰ ਦਿੰਦੇ ਉਦੋਂ ਤੱਕ ਉਹ ਸਾਡਾ ਕ੍ਰੈਡੀਟਰ ਰਹੇਗਾ। ਸਿੱਧੀ ਜੀ ਗੱਲ ਕੀ ਹੈ? सीधी सी बात क्या है ਕਿ ਜਿਨ੍ਹਾਂ ਤੋਂ ਅਸੀਂ ਉਧਾਰ ਲੈਂਦੇ ਹਾਂ, ਅਸੀਂ ਔਰ ਉਹਨਾਂ ਦੇ ਜਿੰਨੇ ਪੈਸੇ ਦੇਣੇ ਹਨ, ਸਾਡੇ ਉਹ ਸਪਲਾਇਰ ਹਨ, ਤਾਂ ਜਿੰਨੀ ਅਮਾਊਂਟ ਨਾਲ ਅਸੀਂ ਉਹਨਾਂ ਤੋਂ ਉਧਾਰ ਲਿਆ ਹੈ ਉਨੀ ਅਮਾਊਂਟ ਨਾਲ ਉਹ ਸਾਡੇ ਕੀ ਹਨ? ਕ੍ਰੈਡੀਟਰਸ ਹਨ ਜੀ। ਇਹ ਸੀ ਸਾਡੇ ਕੋਲ ਛੋਟੀਆਂ ਛੋਟੀਆਂ ਟਰਮਸ ਜਿਨ੍ਹਾਂ ਨੂੰ ਸਮਝਣਾ ਵਾਚਣਾ ਬੜਾ ਜ਼ਰੂਰੀ ਹੈ। ਆਈ ਐਮ ਹੋਪਫੁਲ ਕਿ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਏਗਾ। ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਜੈ ਹਿੰਦ।